हेलो स्टूडेंट्स, आज अपना टॉपिक है इलेक्ट्रिक फील्ड ड्यू टू एन इनफाइनाइटली लॉन्ग स्ट्रेट यूनिफॉर्मली चार्ज्ड वायर। ਅਸੀਂ ਇੱਕ यूनिफॉर्मली चार्ज्ड वायर कंसीडर की है, इनफाइनाइटली लॉन्ग स्ट्रेट वायर ओवर विच पॉजिटिव चार्ज इज यूनिफॉर्मली डिस्ट्रीब्यूटेड। लेट अस कंसीडर a thin infinitely long straight wire having uniform linear charge density lambda। ਹੁਣ ਜਿਹੜੀ ਅਸੀਂ ਇਨਫਾਈਨਾਈਟਲੀ ਲੌਂਗ ਸਟ੍ਰੇਟ ਵਾਇਰ ਲੈ ਰਹੇ ਹਾਂ, ਇਸ ਦੇ ਕਾਰਨ ਅਸੀਂ ਜਿਹੜੀ ਹੈ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ। ਸੋ ਲੈਟ ਅਸ ਕੰਸੀਡਰ ਅ ਪੁਆਇੰਟ P। ਹੁਣ ਅਸੀਂ P ਪੁਆਇੰਟ ਕੰਸੀਡਰ ਕਰ ਰਹੇ ਹਾਂ ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨਾ ਹੈ ਡਿਊ ਟੂ ਦਿਸ ਯੂਨੀਫਾਰਮਲੀ ਚਾਰਜਡ ਸਟ੍ਰੇਟ ਵਾਇਰ। ਇਸ P ਪੁਆਇੰਟ ਦਾ ਇਸ ਵਾਇਰ ਤੋਂ ਅਸੀਂ ਡਿਸਟੈਂਸ ਲੈ ਰਹੇ ਹਾਂ small r। so ये चीज़ मैं इतने लिखी है। let us consider a point P at a distance r from uniformly charged wire where we have to find electric field। next ਅਸੀਂ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ we will draw cylindrical surface। ਹੁਣ ਅਸੀਂ cylindrical surface draw ਕਰਾਂਗੇ by considering this uniformly charged straight wire as its axis। Draw a cylindrical surface of radius r and length l about line charge as its axis। so इस uniformly charged straight wire ਨੂੰ ਅਸੀਂ axis ਮੰਨ ਕੇ ਇੱਕ ਜਿਹੜਾ cylindrical surface draw ਕਰਾਂਗੇ ਜਿਸ ਦਾ radius r ਜਿਸ ਦੀ length ਅਸੀਂ ਲੈ ਰਹੇ ਹਾਂ small l। next ਤੁਸੀਂ ਦੇਖ ਰਹੇ ਹੋ ਕਿ ਮੈਂ E ਵੈਕਟਰ ਸ਼ੋ ਕੀਤਾ and n cap। ਹੁਣ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਵਾਇਰ ਹੈ ਉਹ ਯੂਨੀਫਾਰਮਲੀ ਜਿਹੜੀ ਹੈ ਪੋਜ਼ਿਟਿਵ ਚਾਰਜ ਯੂਨੀਫਾਰਮਲੀ ਡਿਸਟਰੀਬਿਊਟ ਹੋਇਆ ਹੋਇਆ। ਪੋਜ਼ਿਟਿਵ ਚਾਰਜ ਦੇ ਕਾਰਨ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ ਰੇਡੀਅਲੀ ਆਊਟਵਰਡਸ। ਵਾਟ ਆਈ ਐਮ ਸੇਇੰਗ ਇਜ਼ ਕਿ ਜਿਹੜੀ ਅਸੀਂ ਇਨਫਾਈਨਾਈਟਲੀ ਲੌਂਗ ਸਟ੍ਰੇਟ ਵਾਇਰ ਲੈ ਰਹੇ ਹਾਂ ਉਸ ਦੇ ਉੱਪਰ ਪੋਜ਼ਿਟਿਵ ਚਾਰਜ ਯੂਨੀਫਾਰਮਲੀ ਡਿਸਟਰੀਬਿਊਟਿਡ ਹੈ। ਕਿਉਂਕਿ ਪੋਜ਼ਿਟਿਵ ਚਾਰਜ ਹੈ ਤਾਂ ਉਸ ਦੇ ਕਾਰਨ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ radially outwards। next मैं लिया एक area element ds and ds vector is the area element vector and n cap is the unit vector and direction n cap the we all know normal to the surface। ਹੁਣ ਸਾਨੂੰ ਪਤਾ ਹੈ ਕਿ ਜਿਹੜਾ ਸਿਲੰਡਰ ਹੈ ਉਸਦੇ ਤਿੰਨ ਸਰਫੇਸਿਸ ਹੁੰਦੇ ਆ, ਇੱਕ curved and two circular ends। ਤਾਂ ਸਭ ਤੋਂ ਪਹਿਲਾਂ ਅਸੀਂ ਕਰਵਡ ਸਰਫੇਸ ਕਿੰਨਾ ਇਲੈਕਟ੍ਰਿਕ ਫਲਕਸ ਨੂੰ ਕੰਟਰੀਬਿਊਟ ਕਰ ਰਿਹਾ ਉਹ ਕੈਲਕੂਲੇਟ ਕਰਾਂਗੇ। ਉਸ ਤੋਂ ਬਾਅਦ ਅਸੀਂ ਜਿਹੜੇ ਸਰਕੂਲਰ ਐਂਡਸ ਨੇ ਉਹਨਾਂ ਦਾ ਕੰਟਰੀਬਿਊਸ਼ਨ ਦੇਖਾਂਗੇ ਟੂਵਰਡਸ ਦਾ ਇਲੈਕਟ੍ਰਿਕ ਫਲਕਸ। ਸੋ ਮੈਂ ਇੱਥੇ ਲਿਖਿਆ ਕੰਟਰੀਬਿਊਸ਼ਨ ਆਫ ਕਰਵਡ ਸਰਫੇਸ ਆਫ ਸਿਲੰਡਰ ਟੂਵਰਡਸ ਦ ਇਲੈਕਟ੍ਰਿਕ ਫਲਕਸ। ਸੋ ਇੰਟੈਗਰਲ E ਵੈਕਟਰ ਡਾਟ ds ਵੈਕਟਰ ਜਿਹੜਾ ਸਰਕਲ ਆ ਉਹ ਸ਼ੋ ਕਰ ਰਿਹਾ ਕਲੋਜ਼ ਸਰਫੇਸ is equal to, ਹੁਣ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਥੇ ds ਵੈਕਟਰ ਦੀ ਵੈਲਿਊ ਪੁੱਟ ਕੀਤੀ ਹੈ n cap ds। n cap ਯੂਨਿਟ ਵੈਕਟਰ ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ। ਸੋ ds ਵੈਕਟਰ ਇਕੁਅਲ ਟੂ n cap ds। ਨੈਕਸਟ ਸਟੈਪ ਦੇ ਵਿੱਚ ਮੈਂ E ਵੈਕਟਰ ਡਾਟ n cap ਦੇ ਉੱਪਰ ਡਾਟ ਪ੍ਰੋਡਕਟ ਦਾ ਫਾਰਮੂਲਾ ਲਗਾਇਆ E n cap ਯੂਨਿਟ ਵੈਕਟਰ ਮੈਗਨੀਟਿਊਡ 1 cos theta। थीटा ਦੀ ਵੈਲਿਊ ਮੈਂ 0 ਪੁੱਟ ਕੀਤੀ ਹੈ ਬਿਕੋਜ਼ E ਵੈਕਟਰ ਐਂਡ n ਕੈਪ ਦੇ ਵਿੱਚ ਐਂਗਲ ਕਿੰਨਾ ਹੈ 0 ਡਿਗਰੀ, ਸੇਮ ਡਾਇਰੈਕਸ਼ਨ ਦੇ ਵਿੱਚ ਨੇ। ਸੋ cos 0 ਡਿਗਰੀ। ਹੁਣ cos 0 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਹੈ 1। ਸੋ ਨੈਕਸਟ ਸਟੈਪ ਦੇ ਵਿੱਚ ਸਾਡੇ ਕੋਲ ਇੰਟੈਗਰਲ ਓਵਰ ਕਲੋਜ਼ ਸਰਫੇਸ E ds ਐਂਡ ਨੈਕਸਟ ਸਟੈਪ ਦੇ ਵਿੱਚ ਅਸੀਂ E ਨੂੰ ਇੰਟੈਗਰਲ ਤੋਂ ਬਾਹਰ ਰੱਖ ਲਿਆ। ਹੁਣ ਅਸੀਂ ਇੱਥੇ ਇੱਕ ਏਰੀਆ ਐਲੀਮੈਂਟ ਕੰਸੀਡਰ ਕੀਤਾ ਸੀ। ਜਦੋਂ ਇਸ ਏਰੀਆ ਐਲੀਮੈਂਟ ਦੇ ਉੱਪਰ ਅਸੀਂ ਇੰਟੀਗ੍ਰੇਸ਼ਨ ਕਰਾਂਗੇ ਤਾਂ ਸਾਨੂੰ ਇਸ ਪੂਰੇ ਕਰਵਡ ਸਰਫੇਸ ਦਾ ਏਰੀਆ ਮਿਲ ਜਾਏਗਾ। ਤਾਂ ਉਹੀ ਵੈਲਿਊ ਮੈਂ ਇੱਥੇ ਪੁੱਟ ਕੀਤੀ ਹੈ 2πrl where 2πrl is the area of curved surface of cylinder। ਸੋ ਕਰਵਡ ਸਰਫੇਸ ਜਿਹੜਾ ਹੈ ਉਸ ਦਾ ਕੰਟਰੀਬਿਊਸ਼ਨ ਕਿੰਨਾ ਟੂਵਰਡਸ ਇਲੈਕਟ੍ਰਿਕ ਫਲਕਸ E into 2πrl। ਨੈਕਸਟ ਅਸੀਂ ਦੇਖਣਾ ਹੈ ਜਿਹੜੇ ਸਰਕੂਲਰ ਐਂਡਸ ਨੇ ਉਹਨਾਂ ਦਾ ਕੰਟਰੀਬਿਊਸ਼ਨ ਕੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਕਿ E ਵੈਕਟਰ ਐਂਡ n ਕੈਪ ਦੇ ਵਿੱਚ ਐਂਗਲ ਕਿੰਨਾ 90 ਡਿਗਰੀ। 90 degree means theta equal to 90 degree
cos 90 0। अगर आप यही इक्वेशन देखिए E1 cos of 90 degree ds cos 90 is 0। So curved surface the contribution है E times 2 pi RL and circular ends the contribution कितना towards electric flux 0 because angle between E vector and n cap is 90 degree। So total electric flux over the whole cylinder is E times 2 pi RL। ਹੁਣ ਕਿਉਂਕਿ ਮੈਂ ਕਹਿ ਰਹੀ ਹਾਂ ਕਿ ਜਿਹੜੀ ਅਸੀਂ ਸਟ੍ਰੇਟ ਵਾਇਰ ਲੈ ਰਹੇ ਹਾਂ ਕਿ ਇਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਜਿਹੜਾ ਉਹ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੈ, ਤਾਂ ਅਸੀਂ ਲਿਖ ਸਕਦੇ ਹਾਂ lambda equal to Q by L where lambda is a linear charge density। ਸੋ ਇੱਥੋਂ ਅਸੀਂ ਕੈਲਕੂਲੇਟ ਕੀਤਾ ਚਾਰਜ ਇਨਕਲੋਜ਼ਡ ਇਨ ਦਾ ਸਿਲੰਡਰ Q equal to lambda L। ਨੈਕਸਟ ਅਸੀਂ ਗੌਸ ਥਿਓਰਮ ਅਪਲਾਈ ਕਰ ਰਹੇ ਹਾਂ। ਗੌਸ ਥਿਓਰਮ ਦੇ ਅਕੋਰਡਿੰਗਲੀ total electric flux over the closed surface is equal to 1 upon epsilon naught times the charge enclosed in that surface। तो इतने वही फॉर्मूला आप लिखे Q की वैल्यू पुट की है, मार्क दिस इक्वेशन एज 2। हम इक्वेशन 1 एंड 2 ਅਸੀਂ ਇਕੁਏਟ ਕਰਾਂਗੇ ਕਿਉਂਕਿ ਲੈਫਟ ਹੈਂਡ ਸਾਈਡਸ ਇਹਨਾਂ ਦੀਆਂ ਸੇਮ ਹੈ। ਇਕੁਏਟ ਕੀਤਾ ਲੈਂਥ ਜਿਹੜੀ ਹੈ ਦੋਵਾਂ ਸਾਈਡਸ ਤੋਂ ਕੈਂਸਲ ਆਊਟ ਹੋ ਗਈ, ਸਾਡੇ ਕੋਲ E ਦੀ ਵੈਲਿਊ ਕਿੰਨੀ ਆਈ ਹੈ E ਇਕੁਅਲ ਟੂ ਲੈਮਡਾ ਅਪੋਨ 2 ਪਾਈ ਐਪਸਾਈਲਨ ਨੋਟ R। ਸੋ ਇਹੀ ਅਸੀਂ ਕੈਲਕੂਲੇਟ ਕਰਨਾ ਸੀ electric field due to an infinitely long straight uniformly charged wire। तो values की expression साडे कोल की आ रहा है equal to lambda upon 2 pi epsilon naught R। तो इत्थों असीं की देख रहे हैं that electric field is inversely proportional to the R। मतलब जिमें जिमें असीं जिहड़ा R है ਉਹ ਇਨਕਰੀਜ਼ ਕਰਦੇ ਜਾਵਾਂਗੇ ਜਾਂ ਤੁਸੀਂ ਕਹਿ ਲਓ ਜਿਹੜਾ ਆਬਜ਼ਰਵੇਸ਼ਨ ਪੁਆਇੰਟ P ਹੈ ਉਹ ਐਕਸਿਸ ਤੋਂ ਦੂਰ ਜਾਂਦਾ ਜਾਏਗਾ, E ਕੀ ਹੋ ਜਾਏਗਾ ਇਲੈਕਟ੍ਰਿਕ ਫੀਲਡ ਕੀ ਹੋਏਗਾ ਡਿਕਰੀਜ਼ ਹੋਏਗਾ ਬਾय द रिलेशन दिस वन। नेक्स्ट में लिखिया इफ लैम्डा ग्रेटर देन 0, लैम्डा ग्रेटर देन 0 मीन्स चार्ज ग्रेटर देन 0, चार्ज ग्रेटर देन 0 मीन्स पॉजिटिव। सो पॉजिटिव चार्ज वास्ते सानू पता है इलैक्ट्रिक फील्ड की डायरेक्शन की होंदी रेडियली आउटवर्ड्स। लैम्डा लेस देन 0 मीन्स चार्ज लेस देन 0 मीन्स चार्ज इज नेगेटिव। सो नेगेटिव चार्ज के कारण सानू पता है कि इलैक्ट्रिक फील्ड की डायरेक्शन होंदी है रेडियली इनवर्ड्स। सो दिस वाज टुडेज टॉपिक इलैक्ट्रिक फील्ड ड्यू टू एन इनफाइनाइटली लॉन्ग straight uniformly charged wire।